जिस बंदे नूं अपने महकमे का भी नहीं पता कि वैक्सीन सब तो इंपॉर्टेंट है, वो आ कदों रही है, जा कित्थे रही है, वो किस तरीके विच ही जा रही है, वो तो काबिल ही नहीं फिर सेहत महकमा संभालन दे। जे फतेह किट खरीदियाँ ਉਹਦਾ ਹੁਣ ਸਕੈਂਡਲ ਆ ਗਿਆ ਵੀ ਕਹਿੰਦੇ ਜੀ ਜਿੰਨੀ ਵਾਰੀ ਫਤਿਹ ਕਿਟ ਖਰੀਦੀਆਂ ਹਰ ਵਾਰੀ ਪਿਛਲੀ ਵਾਰ ਨਾਲੋਂ ਰੇਟ ਜਿਹੜਾ ਸਰਕਾਰ ਨੇ ਵੱਧ ਦਿੱਤਾ। ਇਸ ਕਰਕੇ ਕਿਹੜੀ ਕੋਈ ਥਾਂ ਤਾਂ ਛੱਡ ਦੇ। ਜਿਹੜੀ ਕਾਂਗਰਸ ਨੂੰ ਇੰਨੀਆਂ ਗਾਲਾਂ ਕੱਢਦੇ ਸੀ 1984 ਦੇ ਕਤਲੇਆਮ ਦਾ ਪੀੜਤ ਦੱਸਦੇ ਸੀ, ਦਰਬਾਰ ਸਾਹਿਬ ਦੇ ਹਮਲੇ ਦਾ ਦੋਸ਼ੀ ਦੱਸਦੇ ਸੀ ਔਰ ਨਿੱਜੀ ਤੌਰ ਦੇ ਉੱਤੇ ਮੁੱਖ ਮੰਤਰੀ ਦੇ ਉੱਤੇ ਏਡੀਆਂ ਵੱਡੀਆਂ ਵੱਡੀਆਂ ਐਲੀਗੇਸ਼ਨ ਲਗਾਉਂਦੇ ਸੀ, ਅੱਜ ਉਸੇ ਹੀ ਕਾਂਗਰਸ ਪਾਰਟੀ ਦੇ ਵਿੱਚ ਧੱਕੇ ਨਾਲ ਜਾ ਕੇ ਹੈਲੀਪੈਡ ਦੇ ਉੱਤੇ ਜਾਂਦੇ ਜਾਂਦੇ ਮੁੱਖ ਮੰਤਰੀ ਦੀ ਮਿਹਨਤ ਕਰਕੇ ਤੇ ਉੱਚ ਸ਼ਾਮਲ ਹੋ ਗਏ। ਇਸ ਕਰਕੇ ਕਿੱਥੇ ਗਏ ਸਿਧਾਂਤ? ਜਦੋਂ ਇਹਨੇ ਆਪਣੀ ਪਾਰਟੀ ਬਣਾਈ ਸੀ, ਇੱਕ ਟੀਵੀ ਨੂੰ ਇੰਟਰਵਿਊ ਦਿੱਤੀ ਸੀ, ਚੈਨਲ ਨੂੰ ਕਿਹਾ ਸੀ ਕਿ ਮੈਂ ਭਾਵੇਂ ਇਕੱਲਾ ਰਹਿ ਜਾਵਾਂ ਪਰੰਤੂ ਜਿਹੜਾ ਹੈਗਾ ਕਿਸੇ ਪਾਰਟੀ 'ਚ ਨਹੀਂ ਜਾਵਾਂਗਾ, ਸਿਧਾਂਤਾਂ 'ਤੇ ਰਵਾਂਗਾ। ਉਦੋਂ ਕਿਵੇਂ ਦੇਖਦੇ ਹੋ? ਇਹ ਤਾਂ ਹੁਣ ਤੁਸੀਂ, ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸਾਰਾ ਕੁਝ ਇਤਿਹਾਸ ਲੈ ਕੇ तो जे खैरा साहब बन जाए तो एक डिटेल्ड इंटरव्यू उन्होंने करो, क्योंकि बड़ी दिलचस्प होएगी। ये तुहाडे सारे सवाल, सारे तत्थ ते खैरा साहब के जवाब ये तो तां ही हुण पता लगे कि तुसीं उन्होंने पुछोगे। कांग्रेस जिथे पहला ही अपने अंदरूनी कलेश ਅਤੇ मुलाजम जथेबंदियां ਦੇ ਧਰਨਿਆਂ ਦੇ ਵਿੱਚ ਉਲਝੀ ਹੋਈ ਹੈ, ਉੱਥੇ ਹੀ ਕਥਿਤ ਵੈਕਸੀਨ ਘੁਟਾਲੇ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਜੀ ਹਾਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਮਵਾਰ ਨੂੰ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਖਿਲਾਫ ਧਰਨੇ ਦਾ ਐਲਾਨ ਕੀਤਾ ਗਿਆ। ਕੀ ਸਾਰੀ ਗੱਲਬਾਤ ਆ, ਗੱਲ ਕਰਦੇ ਡਾਕਟਰ ਦਲਜੀਤ ਸਿੰਘ ਚੀਮਾ ਨਾਲ। ਚੀਮਾ ਸਾਹਿਬ, ਕੀ ਸਾਰਾ ਮਾਮਲਾ ਹੈ ਤੇ ਕੀ ਰਣਨੀਤੀ ਬਣਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ? ਦੇਖੋ, ਗੱਲ ਇਹ ਹੈ ਕਿ ਬੜੀ ਵੱਡੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤੇ ਏਡੀ ਵੱਡੀ ਮਹਾਮਾਰੀ ਹੈ, ਲੋਕੀ ਹਸਪਤਾਲਾਂ ਦੇ ਵਿੱਚ ਜਿਹੜੇ ਆ ਬੈੱਡ ਵਾਸਤੇ ਤਰਸ ਰਹੇ ਆ, ਸ਼ਮਸ਼ਾਨ ਘਾਟ ਦੇ ਵਿੱਚ ਬਹੁਤ ਥਾਵਾਂ 'ਤੇ ਥਾਂ ਨਹੀਂ ਮਿਲ ਰਹੀ, ਪਰ ਦੂਜੇ ਪਾਸੇ ਸਾਡੀ ਸਰਕਾਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਹਨਾਂ ਦਿਨਾਂ ਦੇ ਵਿੱਚ ਵੀ ਬੜੀ ਵੱਡੀ ਕਰਪਸ਼ਨ ਵਾਲੇ ਪਾਸੇ ਜਿਹੜੀ ਆ ਉਹ ਚੱਲੀ ਹੋਈ ਹੈ। ਹੁਣ ਗੌਰਮੈਂਟ ਦੀ ਡਿਊਟੀ ਬਣਦੀ ਹੈ ਕਿ ਜੇ ਅਸੀਂ ਬਿਮਾਰੀ ਦੇ ਅੱਗੇ ਫੈਲਾਅ ਨੂੰ ਰੋਕਣਾ ਤੇ ਛੇਤੀ ਤੋਂ ਛੇਤੀ ਲੋਕਾਂ ਨੂੰ ਟੀਕਾ ਕਰਨ ਵਾਲੇ ਪਾਸੇ ਜਿਹੜੀ ਹੈ ਉਹ ਲੈ ਕੇ ਜਾਓ। ਪਰ ਜਿਹੜੀ ਸਪਲਾਈ ਵੈਕਸੀਨ ਦੀ ਗਵਰਨਮੈਂਟ ਆਫ ਇੰਡੀਆ ਕੋਲੋਂ ਹਾਸਲ ਹੋਈ ਹੈ, 400 ਰੁਪਏ ਦੀ ਡੋਜ਼ ਇਹਨਾਂ ਨੂੰ ਮਿਲੀ ਹੈ ਤੇ ਇਹਨਾਂ ਨੇ ਅੱਗੋਂ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਦੀ ਡੋਜ਼ ਵੇਚ ਦਿੱਤੀ ਔਰ ਉਹਨਾਂ ਨੂੰ ਅੱਗੋਂ ਕਿਹਾ ਕਿ ਤੁਸੀਂ ਅੱਗੋਂ 500 ਰੁਪਈਆ ਹੋਰ ਪ੍ਰੋਫਿਟ ਲੈ ਕੇ ਤੇ ਇੱਕ ਡੋਜ਼ ਜਿਹੜੀ ਹੈ 1500 ਰੁਪਏ ਦੀ ਜਿਹੜੀ ਹੈ ਉਹ ਮਰੀਜ਼ ਨੂੰ ਲਾਓ। ਇਹਦਾ ਮਤਲਬ ਦੋਨਾਂ ਡੋਜ਼ਾਂ ਦਾ ਇੱਕ ਬੰਦੇ ਦਾ ਖਰਚਾ 3000 ਹੋ ਗਿਆ ਤੇ ਜੇ ਸਾਰੇ ਪਰਿਵਾਰ ਨੇ ਲਾਉਣੀ ਹੈ ਤੇ 12000 15000 ਦਾ ਖਰਚਾ ਜਿਹੜਾ ਇੱਕ ਪਰਿਵਾਰ ਦਾ ਟੀਕਾਕਰਨ ਦਾ। ਹੁਣ ਵੈਕਸੀਨ ਜਿਹੜੀ ਫ੍ਰੀ ਲੱਗਣੀ ਸੀ, ਇਹਨਾਂ ਨੂੰ ਕਿੰਨੇ ਹੱਕ ਦਿੱਤਾ ਕਿ ਉਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇਹ ਮੁਨਾਫੇਖੋਰੀ ਕਰਨ? 660 ਰੁਪਈਆ ਸਰਕਾਰ ਆਪ ਕਮਾਵੇ ਤੇ ਅੱਗੋਂ ਉਤਸ਼ਾਹਿਤ ਕਰੇ ਪ੍ਰਾਈਵੇਟ ਹਸਪਤਾਲਾਂ ਨੂੰ ਕਿ ਬਾਕੀ ਤੁਸੀਂ ਕਮਾਈ ਕਰ ਲਓ। ਇਹ ਇੱਕ ਬਹੁਤ ਵੱਡਾ ਸਕੈਂਡਲ ਹੈ। ਅਸੀਂ ਕੱਲ੍ਹ ਰੌਲਾ ਪਾਇਆ ਸੀ, ਇਹਨਾਂ ਨੇ ਡਰਦਿਆਂ ਨੇ ਉਸੇ ਵੇਲੇ ਵਾਪਸ ਤਾਂ ਕਰ ਦਿੱਤੇ ਕਿ ਇਹ ਵਾਪਸ ਲਈ ਜਾਏਗੀ, ਪਰ ਇਹ ਜਿਹੜਾ ਵੱਡਾ ਸਕੈਂਡਲ ਹੋਇਆ ਇਹਦੀ ਜੜ ਤੱਕ ਜਾਣ ਵਾਸਤੇ ਜ਼ਰੂਰੀ ਹੈ ਕਿ ਇਹਦੀ CBI ਦੀ ਇਨਕੁਆਇਰੀ ਹੋਵੇ ਔਰ ਉਸ ਤੋਂ ਵੀ ਪਹਿਲਾਂ ਜ਼ਰੂਰੀ ਹੈ ਕਿ ਸਿਹਤ ਮੰਤਰੀ ਨੂੰ ਤੁਰੰਤ ਹਟਾਇਆ ਜਾਵੇ। ਕਿਉਂਕਿ ਸਿਹਤ ਮੰਤਰੀ ਦਾ ਹਾਲ ਦੇਖ ਲਓ ਕਿ ਉਹਨੂੰ ਕੱਲ੍ਹ ਪ੍ਰੈਸ ਨੇ ਪੁੱਛਿਆ ਤੇ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਫੈਸਲਾ ਕਿੱਥੇ ਹੋਇਆ। ਜਿਸ ਬੰਦੇ ਨੂੰ ਆਪਣੇ ਮਹਿਕਮੇ ਦਾ ਵੀ ਨਹੀਂ ਪਤਾ ਕਿ ਵੈਕਸੀਨ ਸਭ ਤੋਂ ਇੰਪੋਰਟੈਂਟ ਹੈ, ਉਹ ਆ ਕਦੋਂ ਰਹੀ ਹੈ, ਜਾ ਕਿੱਥੇ ਰਹੀ ਹੈ, ਉਹ ਕਿਸ ਤਰੀਕੇ ਵਿੱਚ ਹੀ ਜਾ ਰਹੀ ਹੈ, ਉਹ ਤਾਂ ਕਾਬਲ ਹੀ ਨਹੀਂ ਫਿਰ ਸਿਹਤ ਮਹਿਕਮਾ ਸੰਭਾਲਣ ਦੇ। ਇਸ ਕਰਕੇ ਅਸੀਂ ਧਰਨਾ ਰੱਖਿਆ 7 ਤਰੀਕ ਨੂੰ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਡ ਕਰਨਗੇ, ਸਾਰੇ ਸਾਡੇ ਕੋਰ ਕਮੇਟੀ ਦੇ ਮੈਂਬਰ, MLA, ਸਾਬਕਾ MLA, ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਣਗੇ ਤੇ ਅਸੀਂ ਮੰਤਰੀ ਜੀ ਨੂੰ ਕਹਾਂਗੇ ਕਿ ਤੁਸੀਂ ਅਸਤੀਫਾ ਦਿਓ ਤੇ ਇਹਦੀ CBI ਇਨਕੁਆਇਰੀ ਕਰਾ ਕੇ ਜਿਹੜੇ ਅਸਲੀ ਦੋਸ਼ੀ ਨੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਖੜੇ ਕਰੋ। ਚੀਮਾ ਸਾਹਿਬ, ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਵੈਕਸੀਨ ਪੂਰੀ ਨਹੀਂ ਹੋ ਰਹੀ ਹੈ, ਜਿਹੜੀ ਹੈਗੀ ਲੋਕ ਵਾਪਸ ਜਾ ਰਹੇ, ਨਹੀਂ ਮਿਲ ਰਹੀ ਹੈ, ਤੇ ਦੂਜੇ ਪਾਸੇ ਫੈਸਲਾ ਜਿਹੜਾ ਪ੍ਰਾਈਵੇਟ ਹਸਪਤਾਲਾਂ ਨੂੰ ਮੈਡੀਸਨ ਦੇਣਾ, ਕਿੰਨਾ ਕੁ ਤੁਸੀਂ ਜਾਇਜ਼ ਮੰਨਦੇ ਹੋ? ਨਹੀਂ, ਕਿਸੇ ਵੀ ਤਰੀਕੇ ਵਾਜਬ ਨਹੀਂ ਹੈ। ਇਹ ਤਾਂ ਮੈਂ ਹੈਰਾਨ ਹਾਂ ਕਿ ਇੱਥੇ ਲੋਕਾਂ ਨੂੰ ਕਹਿ ਦਿੱਤਾ ਕਿ ਇੰਨੀ ਤਰੀਕ ਨੂੰ ਟੀਕੇ ਲੱਗਣਗੇ। ਬੀਬੀਆਂ ਬੱਚੇ ਲੈ ਕੇ ਧੁੱਪ ਦੇ ਵਿੱਚ, ਨਾ ਉੱਥੇ ਪਾਣੀ ਦਾ ਪ੍ਰਬੰਧ, ਨਾ ਛਾਂ ਦਾ ਪ੍ਰਬੰਧ,
ਤੇ ਲਾਈਨਾਂ ਦੇ ਵਿੱਚ ਲੱਗ ਕੇ ਸਾਰਾ ਦਿਨ ਉਡੀਕਦੇ ਰਹੇ ਤੇ ਸ਼ਾਮ ਨੂੰ ਜਵਾਬ ਆ ਗਿਆ ਕਿ ਹਾਲੇ ਵੈਕਸੀਨ ਆਈ ਨਹੀਂ। ਤੇ ਵੈਕਸੀਨ ਗਈ ਕਿੱਥੇ? ਵੈਕਸੀਨ ਪੈਸੇ ਲੈ ਕੇ ਤੇ ਉਹ ਪ੍ਰਾਈਵੇਟ ਹਸਪਤਾਲ ਕੋਲ ਪਹੁੰਚ ਗਈ। ਇਹੀ ਤਾਂ ਰੋਣਾ ਆ ਕਿ ਡਿਊਟੀ ਬਣਦੀ ਹੈ ਗਵਰਨਮੈਂਟ ਦੀ ਕਿ ਇਹਨਾਂ ਦਿਨਾਂ ਦੇ ਵਿੱਚ ਇਨਸਾਨੀਅਤ ਦੀ ਮਦਦ ਵਾਸਤੇ ਅੱਗੇ ਆਵੇ, ਸੇਵਾ ਕਰੇ, ਪਰ ਇਹ ਇਹਨਾਂ ਦਿਨਾਂ ਦੇ ਵਿੱਚ ਕਰਪਸ਼ਨ ਵਾਲੇ ਪਾਸੇ ਲੱਗੇ। ਜੇ ਪ੍ਰਾਈਵੇਟ ਹਸਪਤਾਲਾਂ ਦੇ ਬੈੱਡ ਦੇ ਚਾਰਜਸ ਫਿਕਸ ਕਰਨੇ ਸੀ ਤੇ ਉਹ ਇੰਨੇ ਜ਼ਿਆਦਾ ਕਰ ਦਿੱਤੇ ਕਿ ਜਿੰਨੇ ਕੋਈ ਪ੍ਰਾਈਵੇਟ ਹਸਪਤਾਲ ਰੂਟੀਨ ਦੇ ਵਿੱਚ ਨਹੀਂ ਲੈਂਦਾ ਸੀ ਉਦੋਂ ਵੱਧ ਉਹਨੂੰ ਖਰਚਾ ਫਿਕਸ ਕਰਕੇ ਅਲਾਉ ਕਰ ਦਿੱਤਾ ਕਿ ਤੂੰ ਕੋਵਿਡ ਦੇ ਮਰੀਜ਼ਾਂ ਕੋਲੋਂ 18,000 ਰੁਪਈਆ ਇੱਕ ਦਿਨ ਦਾ ਬੈੱਡ ਦਾ ਚਾਰਜ ਕਰ ਸਕਦਾ। ਉੱਥੇ ਲੋਕੀ ਲੁੱਟੇ ਜਾ ਰਹੇ। ਜੇ ਫਤਿਹ ਕਿੱਟ ਖਰੀਦੀਆਂ ਉਹਦਾ ਹੁਣ ਸਕੈਂਡਲ ਆ ਗਿਆ ਵੀ ਕਹਿੰਦੇ ਜੀ ਵੀ ਜਿੰਨੀ ਵਾਰੀ ਫਤਿਹ ਕਿੱਟ ਖਰੀਦੀਆਂ ਹਰ ਵਾਰੀ ਪਿਛਲੀ ਵਾਰ ਨਾਲੋਂ ਰੇਟ ਜਿਹੜਾ ਸਰਕਾਰ ਨੇ ਵੱਧ ਦਿੱਤਾ। ਇਸ ਕਰਕੇ ਕਿਹੜੀ ਕੋਈ ਥਾਂ ਤਾਂ ਛੱਡ ਦੇਣ। ਇਸ ਵੇਲੇ ਮਹਾਂਮਾਰੀ ਦੇ ਵਿੱਚ ਕੋਈ ਤਰਸ ਕਰਨਾ ਚਾਹੀਦਾ ਲੋਕਾਂ ਦੇ ਉੱਤੇ। ਇਹ ਸੇਵਾ ਦਾ ਮੌਕਾ ਨਾ ਕਿ ਕਰਪਸ਼ਨ ਕਰਨ ਦਾ ਮੌਕਾ। ਦੱਸੋ, ਇਹ ਤਾਂ ਹੋ ਗਿਆ ਵੈਕਸੀਨ ਨੂੰ ਲੈ ਕੇ। ਹੁਣ ਸਿਆਸੀ ਪਾਰਟੀਆਂ, ਜਿਵੇਂ ਇਲੈਕਸ਼ਨ ਨੇੜੇ ਆ ਰਿਹਾ, ਸਿਆਸੀ ਪਾਰਟੀਆਂ ਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਜੋੜ ਤੋੜ ਸ਼ੁਰੂ ਹੋ ਚੁੱਕੀ ਹੈ। ਸੁਖਪਾਲ ਸਿੰਘ ਖਹਿਰਾ ਜਿਹੜੇ ਆਮ ਆਦਮੀ ਪਾਰਟੀ 'ਚ ਆਏ ਸੀਗੇ, ਕਾਂਗਰਸ ਦੇ ਖਿਲਾਫ ਕਾਫੀ ਜ਼ੋਰ ਸ਼ੋਰ ਦੇ ਨਾਲ ਬੋਲਦੇ ਸੀਗੇ, ਰੂਸਾ ਆਲਮ ਨੂੰ ਲੈ ਕੇ ਹੋਵੇ ਜਾਂ ਮੁੱਖ ਮੰਤਰੀ ਦੇ ਖਿਲਾਫ, ਤੇ ਹੁਣ ਉਸੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਦੁਬਾਰਾ। ਫਿਰ ਕੋਈ ਗੱਲ ਨਹੀਂ ਹੈ ਕਿ ਹੁਣ ਰਾਜਨੀਤੀ ਜਿਹੜੀ ਹੈ ਇਹ ਬਿਲਕੁਲ ਸਿਧਾਂਤ ਵਿਹੂਣੀ ਹੋ ਗਈ। ਜਦੋਂ ਤੁਸੀਂ ਗੱਲਾਂ ਸੁਣੋਗੇ ਇਹਨਾਂ ਦੀਆਂ ਤੇ ਇਹਨਾਂ ਇਹੋ ਜਿਹੇ ਗੱਲਾਂ ਉੱਤੇ ਪੇਸ਼ ਕਰਨਗੇ ਕਿ ਸਾਡੇ ਤੋਂ ਵੱਡਾ ਆਦਰਸ਼ਵਾਦੀ ਕੋਈ ਨਹੀਂ। ਤੇ ਮੇਰਾ ਖਿਆਲ ਹੈ ਆਪਣੇ ਆਪ 'ਚ ਰਿਕਾਰਡ ਹੈ ਕਿ 5 ਸਾਲਾਂ ਦੇ ਵਿੱਚ ਸਾਰੀਆਂ ਪਾਰਟੀਆਂ ਬਦਲ ਕੇ ਤੇ ਹੁਣ ਫਿਰ ਕਾਂਗਰਸ ਦੇ ਵਿੱਚ ਜਿਹੜਾ ਇੱਕੋ ਐਮਐਲਏ ਦੀ ਟਰਮ ਦੇ ਵਿੱਚ ਖਹਿਰਾ ਸਾਹਿਬ ਫਿਰ ਵਾਪਸ ਚਲੇ ਗਏ। ਜਿਹੜੀ ਕਾਂਗਰਸ ਨੂੰ ਇੰਨੀਆਂ ਗਾਲਾਂ ਕੱਢਦੇ ਸੀ, 1984 ਦੇ ਕਤਲੇਆਮ ਦਾ ਪੀੜਤ ਦੱਸਦੇ ਸੀ, ਦਰਬਾਰ ਸਾਹਿਬ ਦੇ ਹਮਲੇ ਦਾ ਦੋਸ਼ੀ ਦੱਸਦੇ ਸੀ, ਔਰ ਨਿੱਜੀ ਤੌਰ ਦੇ ਉੱਤੇ ਮੁੱਖ ਮੰਤਰੀ ਦੇ ਉੱਤੇ ਏਡੀਆਂ ਵੱਡੀਆਂ ਵੱਡੀਆਂ ਐਲੀਗੇਸ਼ਨਾਂ ਲਗਾਉਂਦੇ ਸੀ, ਅੱਜ ਉਸੇ ਹੀ ਕਾਂਗਰਸ ਪਾਰਟੀ ਦੇ ਵਿੱਚ ਧੱਕੇ ਨਾਲ ਜਾ ਕੇ ਹੈਲੀਪੈਡ ਦੇ ਉੱਤੇ ਜਾਂਦੇ ਜਾਂਦੇ ਮੁੱਖ ਮੰਤਰੀ ਦੀ ਮਿਹਨਤ ਕਰਕੇ ਤੇ ਉਹ 'ਚ ਸ਼ਾਮਲ ਹੋ ਗਏ। ਇਸ ਕਰਕੇ ਕਿੱਥੇ ਗਏ ਸਿਧਾਂਤ? ਜਿਵੇਂ ਸਾਹਿਬ, ਜਦੋਂ ਆਮ ਆਦਮੀ ਪਾਰਟੀ 'ਚ ਵੋਟਾਂ ਲਈਆਂ ਸੀ, ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਕਿਹਾ ਸੀ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ ਪਾਰਟੀ ਆ 84 ਦੇ ਵਿੱਚ ਜੋ ਕੀਤਾ ਉਹ ਸਭ ਦੇ ਸਾਹਮਣੇ। ਉਸ ਤੋਂ ਇਲਾਵਾ ਹਰਿਮੰਦਰ ਸਾਹਿਬ ਦੇ ਵਿੱਚ ਜੋ ਬਲੂ ਸਟਾਰ ਦਾ ਜਿਹੜਾ ਹੈਗਾ ਉਸ ਨੂੰ ਲੈ ਕੇ ਵੋਟਾਂ ਲਈਆਂ ਸੀ, ਪਰ ਅੱਜ ਉਹੀ ਪਾਰਟੀ ਦੇ ਵਿੱਚ ਜਾ ਕੇ ਰਲ ਗਏ ਨੇ। ਕੀ ਲੱਗਦਾ ਜਿਨ੍ਹਾਂ ਲੋਕਾਂ ਦੇ ਨਾਲ ਪੰਜਾਬ ਦਿਆਂ ਤੋਂ ਵੋਟਾਂ ਮੰਗੀਆਂ ਸੀ, ਕਿਤੇ ਨਾ ਕਿਤੇ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਇਹ ਵੱਡਾ ਧੋਖਾ ਨਹੀਂ? ਬਹੁਤ ਵੱਡਾ ਧੋਖਾ। ਇਹ ਤਾਂ ਹੈਰਾਨੀ ਹੁੰਦੀ ਹੈ ਕਿ ਲੋਕਾਂ ਨੂੰ ਹੁਣ ਜਾ ਕੇ ਕਿਹੜੇ ਮੂੰਹ ਦੇ ਨਾਲ ਫੇਸ ਕਰਨਗੇ। ਇੰਨੀਆਂ ਵੱਡੀਆਂ ਗੱਲਾਂ ਤੁਸੀਂ ਇਹਨਾਂ ਦੇ ਪੁਰਾਣੇ ਬਿਆਨ ਕੱਢ ਲਓ, ਇਹਨਾਂ ਦੀਆਂ ਟੀਵੀ ਇੰਟਰਵਿਊ ਕੱਢ ਲਓ, ਇਹਨਾਂ ਦੇ ਸੋਸ਼ਲ ਮੀਡੀਆ 'ਤੇ ਟਾਕਸ ਕੱਢ ਲਓ। ਇੰਨੀਆਂ ਵੱਡੀਆਂ ਗੱਲਾਂ ਇਹਨਾਂ ਨੇ ਕਾਂਗਰਸ ਦੇ ਖਿਲਾਫ ਕੀਤੀਆਂ ਤੇ ਉਸੇ ਕਾਂਗਰਸ ਦਾ ਪੱਲਾ ਫੜਨਾ ਇਹ ਪਬਲਿਕ ਘੱਟੋ ਘੱਟ ਮੇਰੇ ਖਿਆਲ ਹੁਣ ਬਰਦਾਸ਼ਤ ਨਹੀਂ ਕਰੇ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਅਸੀਂ ਜਿਵੇਂ ਮਰਜ਼ੀ ਕਹਿ ਦਈਏ ਲੋਕੀ ਪਿੱਛੇ ਤੁਰ ਪੈਣਗੇ। ਹੁਣ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਚੰਗੀ ਤਰ੍ਹਾਂ ਪਤਾ ਲੱਗ ਚੁੱਕੀ ਹੈ। ਹੁਣ ਲੋਕੀ ਹੋਰ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਦੇ। ਇੱਕ ਜਦੋਂ ਇਹਨਾਂ ਨੇ ਆਪਣੀ ਪਾਰਟੀ ਬਣਾਈ ਸੀ, ਇੱਕ ਟੀਵੀ ਨੂੰ ਇੰਟਰਵਿਊ ਦਿੱਤੀ ਸੀ, ਚੈਨਲ ਨੂੰ ਕਿਹਾ ਸੀ ਕਿ ਮੈਂ ਭਾਵੇਂ ਇਕੱਲਾ ਰਹਿ ਜਾਵਾਂ ਪਰੰਤੂ ਜਿਹੜਾ ਹੈਗਾ ਕਿਸੇ ਪਾਰਟੀ 'ਚ ਨਹੀਂ ਜਾਵਾਂਗਾ, ਸਿਧਾਂਤਾਂ 'ਤੇ ਰਵਾਂਗਾ। ਉਦੋਂ ਕਿਵੇਂ ਦੇਖਦੇ ਹੋ? ਇਹ ਤਾਂ ਹੁਣ ਤੁਸੀਂ, ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸਾਰਾ ਕੁਝ ਇਤਿਹਾਸ ਲੈ ਕੇ ਤੇ ਜੇ ਖਹਿਰਾ ਸਾਹਿਬ ਬਣ ਜਾਣ ਤਾਂ ਇੱਕ ਡਿਟੇਲਡ ਇੰਟਰਵਿਊ ਉਹਨਾਂ ਦੀ ਕਰੋ, ਕਿਉਂਕਿ ਬੜੀ ਦਿਲਚਸਪ ਹੋਏਗੀ। ਇਹ ਤੁਹਾਡੇ ਸਾਰੇ ਸਵਾਲ, ਸਾਰੇ ਤੱਥ ਤੇ ਖਹਿਰਾ ਸਾਹਿਬ ਦੇ ਜਵਾਬ, ਇਹ ਤਾਂ ਹੀ ਹੁਣ ਪਤਾ ਲੱਗੇ ਕਿ ਤੁਸੀਂ ਉਹਨਾਂ ਨੂੰ ਪੁੱਛੋਗੇ। ਕੀ ਮਤਲਬ ਬਲੂ ਸਟਾਰ ਜਿਹੜਾ ਹੈਗਾ ਹੋਇਆ ਸੀਗਾ ਸਾਕਾ ਨੀਲਾ ਤਾਰਾ ਦਾ 1 ਤੋਂ 6 ਜੂਨ ਤੱਕ ਚੱਲਦਾ ਹੈ, ਵੱਡੇ ਜਿਹੜੇ ਹੈਗੇ ਸਵਾਲ ਚੁੱਕੇ ਜਾ ਰਹੇ ਆ ਸੁਖਪਾਲ ਸਿੰਘ ਖਹਿਰਾ ਤੇ ਕਿ ਇਹੀ ਦਿਨ ਕਿਉਂ ਚੁਣੇ? ਇਹੀ ਤਾਂ ਹੁਣ ਮੈਂ ਕਹਿ ਰਿਹਾ ਨਾ ਵੀ ਹੁਣ ਸਾਰੀ ਸਿੱਖੀ ਵੀ ਭੁੱਲ ਗਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਭੁੱਲ ਗਈ, 1984 ਦਾ ਕਤਲੇਆਮ ਵੀ ਭੁੱਲ ਗਿਆ। ਹੁਣ ਨਾ ਇਹਨਾਂ ਨੂੰ ਕੋਈ ਵੱਡਾ ਘੱਲੂਘਾਰਾ ਯਾਦ, ਨਾ ਛੋਟਾ ਘੱਲੂਘਾਰਾ ਯਾਦ, ਨਾ ਤੀਜਾ ਘੱਲੂਘਾਰਾ ਯਾਦ। ਹੁਣ ਤਾਂ ਇਹਨਾਂ ਨੂੰ ਇੱਕੋ ਹੀ ਯਾਦ ਹੈ ਕਿ ਇਲੈਕਸ਼ਨ ਸਿਰ 'ਤੇ ਆ ਗਈ ਤੇ ਕਿਤੋਂ ਨਾ ਕਿਤੋਂ ਟਿਕਟ ਲੈ ਕੇ ਤੇ ਫਿਰ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਐਮਐਲਏ ਬਣ। ਪਹਿਲਾਂ ਇਸ ਤਰੀਕੇ ਵਿਚਰਦੇ ਆ, ਜਦੋਂ ਐਮਐਲਏ ਬਣ ਜਾਂਦੇ ਵੀ ਸਾਨੂੰ ਤਾਂ ਐਮਐਲਏਸ਼ਿਪ ਦੀ ਪਰਵਾਹ ਹੀ ਨਹੀਂ, ਤੇ ਜਦੋਂ ਮੌਕਾ ਆ ਜਾਂਦਾ ਫਿਰ ਇਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਜਿੱਤ ਨਹੀਂ ਸਕਦੇ ਤੇ ਹੁਣ ਕਦੀ ਇਸ ਪਾਰਟੀ 'ਚ, ਕਦੀ ਦੂਜੀ ਪਾਰਟੀ 'ਚ, ਕਦੀ ਤੀਜੀ ਪਾਰਟੀ 'ਚ। ਆਪਣੀ ਹੋਂਦ ਬਚਾਉਣ ਵਾਸਤੇ ਜਿਹੜੇ ਆ ਇੰਨਾ ਥੱਲੇ ਜਾ ਕੇ ਸਮਝੌਤਾ ਕਰਨਾ, ਮੈਂ ਸਮਝਦਾ ਇਹ ਤੋਂ ਰਾਜਨੀਤਿਕ ਬੰਦਾ ਨਾ ਕਰੇ ਤਾਂ ਚੰਗੀ। ਇਹਨੂੰ ਦਾ ਕਾਰਨ ਕੀ ਮੰਨਦੇ ਹੋ ਜਿਹੜਾ ਹੈਗਾ ਖਹਿਰਾ, ਸੁਖਪਾਲ ਸਿੰਘ ਖਹਿਰਾ ਦਾ ਕਾਂਗਰਸ ਦੇ ਵਿੱਚ ਜਾਣਾ? ਕੀ ਲੱਗਦਾ ਹੈ ਕਿਤੇ ਕਿਤੇ ਕਨਸੋਹਾਂ ਵੀ ਹੈ, ਚਰਚਾ ਵੀ ਹੈ ਕਿ ਮੁੱਖ ਮੰਤਰੀ ਜਿਹੜੀ ਹੈਗੀ ਆਪਣੀ ਨਵੀਂ ਟੀਮ ਤਿਆਰ ਕਰ ਰਹੇ, ਕਿਉਂਕਿ ਉਹਨਾਂ ਦੇ ਖਿਲਾਫ ਪਹਿਲਾਂ ਕਾਫੀ ਜਿਹੜੇ ਹੈਗੇ ਵਿਧਾਇਕ ਤੇ ਮੰਤਰੀ ਉਹਨਾਂ ਦੇ ਖਿਲਾਫ ਹੋਏ ਹੋਏ? ਦੇਖੋ, ਕਾਂਗਰਸ ਦਾ ਵੀ ਇਸ ਵੇਲੇ ਭੱਠਾ ਬੈਠਾ ਪਿਆ, ਉਹਨਾਂ ਦੀ ਵੀ ਬੇੜੀ ਡੁੱਬਦੀ ਪਈ ਹੈ।
ਔਰ ਡੁੱਬਦੀ ਬੇਰੀ 'ਚੋਂ ਅੱਧਿਓਂ ਵੱਧ ਉਹਨਾਂ ਦੇ ਵੀ ਛਾਲਾਂ ਮਾਰ ਕੇ ਭੱਜੇ ਆ। ਉਹਨਾਂ ਨੂੰ ਕੁਰਸੀ ਬਚਾਉਣ ਵਾਸਤੇ ਕਿ ਜਿੱਦਾਂ ਦਾ ਕੋਈ ਮਿਲਦਾ ਉੱਦਾਂ ਦੇ ਲੈ ਲਓ। ਹੁਣ ਕੋਈ ਚਾਇਸ ਤਾਂ ਕਿਸੇ ਕੋਲ ਹੈ ਨਹੀਂ ਗੀ। ਮੁੱਖ ਮੰਤਰੀ ਸਾਹਿਬ ਦੀ ਆਪਣੀ ਕੁਰਸੀ ਖਤਰੇ 'ਚ ਹੈ। ਇਸ ਕਰਕੇ ਕੋਈ ਡਿਫੈਕਟਿਵ ਪੀਸ ਹੋਵੇ, ਕੋਈ ਦੂਜਾ ਪੀਸ ਹੋਵੇ, ਜਿੱਦਾਂ ਦਾ ਹੈ ਅਗਲਾ ਇਸ ਵੇਲੇ ਸਰਕਾਰ ਚਲਾਉਣੀ ਆ। ਆਪਣੇ ਜਿਹੜੇ ਉਹਨਾਂ ਦੇ ਨਾਲ ਜਿੱਤੇ ਸੀ ਉਹਨਾਂ ਨੂੰ ਅੱਖਾਂ ਕੱਢ ਰਹੇ ਆ, ਉਹਨਾਂ ਦੇ ਅਸਤੀਫੇ ਮੰਗ ਰਹੇ ਆ, ਅਤੇ ਉਹਨਾਂ ਨੂੰ ਅੱਖਾਂ ਦਿਖਾਉਣ ਵਾਸਤੇ ਇਹੋ ਜਿਹੇ ਉਹਨਾਂ ਨੇ ਇਕੱਠੇ ਕਰ ਲਏ। ਇਸ ਕਰਕੇ ਆਮ ਆਦਮੀ ਪਾਰਟੀ ਤਾਂ ਸਾਰੀ ਹੁਣ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਹੱਥਾਂ 'ਚ ਖੇਡ ਰਹੀ ਆਪੋ ਆਪਣੇ ਨਿੱਜੀ ਫਾਇਦੇ ਵਾਸਤੇ। ਇਹ ਤਾਂ ਹੁਣ ਜਨਤਾ ਦੱਸੇਗੀ ਨਾ ਕਿ ਤੁਹਾਨੂੰ ਜਿਤਾਇਆ ਕਿਸ ਕੰਮ ਵਾਸਤੇ ਸੀ, ਆਪੋਜੀਸ਼ਨ ਦਾ ਲੀਡਰ ਬਣਾਇਆ ਸੀ, ਤੁਸੀਂ ਜਾ ਕੇ ਨਿੱਜੀ ਫਾਇਦਿਆਂ ਵਾਸਤੇ ਕਾਂਗਰਸ ਦੀ ਝੋਲੀ 'ਚ ਪੈ ਗਏ। ਚੀਮਾ ਸਾਹਿਬ, ਅੱਜ ਵਾਤਾਵਰਨ ਜਿਹੜਾ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਤੇ ਮੁੱਖ ਮੰਤਰੀ ਵੀ ਲਾਈਵ ਹੋਏ ਸੀ, ਤੇ ਦੂਜੇ ਪਾਸੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਵੀਡੀਓ ਵੀ ਬੀਤੇ ਦਿਨੀ ਆਈਆਂ ਕਿ ਸਰਕਾਰੀ ਜਿਹੜੇ ਵੱਡੇ ਵੱਡੇ ਦਰੱਖਤ ਆ ਕੌਡੀਆਂ ਦੇ ਭਾਅ ਕਟਵਾਏ ਜਾ ਰਹੇ, ਵੱਡੇ ਵੱਡੇ ਤਿਆਰ। ਕਿਵੇਂ ਦੇਖਦੇ ਇਸ ਦੋਗਲੇਪਨ ਨੂੰ ਜੀ? ਦੇਖੋ, ਗੱਲ ਇਹ ਹੈ ਕਿ ਇਸ ਸਰਕਾਰ ਕੋਲੋਂ ਤਾਂ ਜਿਹੜੀ ਮਿਨੀਮਮ ਗਵਰਨੈਂਸ ਹੈ ਉਹ ਵੀ ਦਿਖਾਈ ਨਹੀਂ ਜਾ ਰਹੀ। ਇਹ ਤਾਂ ਹੁੰਦਾ ਸਰਕਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ, ਸਰਕਾਰਾਂ ਦੀ ਕੋਈ ਵਿਜ਼ਨ ਹੋਵੇ, ਕੋਈ ਦੂਰ ਦ੍ਰਿਸ਼ਟੀ ਹੋਵੇ, ਸਰਕਾਰਾਂ ਨੂੰ ਕੋਈ ਆਪਣੇ ਲੋਕਾਂ ਦੀ ਚਿੰਤਾ ਹੋਵੇ, ਸੂਬੇ ਦੇ ਭਵਿੱਖ ਦੀ ਚਿੰਤਾ ਹੋਵੇ। ਇਹਨਾਂ ਨੂੰ ਤਾਂ ਸ਼ਾਮ ਤੱਕ ਦਾ ਫਿਕਰ ਹੁੰਦਾ, ਇਸ ਤੋਂ ਅੱਗੇ ਸੋਚਦੇ ਨਹੀਂ। ਅੱਜ ਦੀ ਦਿਹਾੜੀ ਕੱਢ ਲਈ ਅਤੇ ਕੱਲ੍ਹ ਨੂੰ ਫੇਰ ਕਿਸੇ ਤਰੀਕੇ ਝੂਠ ਝੱਟ ਮਾਰ ਕੇ ਕੱਢਣੀ ਹੈ। ਇਸ ਕਰਕੇ ਇਹਨਾਂ ਨੂੰ ਕਿੱਥੇ ਵਿਸ਼ਵ ਵਾਤਾਵਰਨ ਦਿਵਸ ਯਾਦ, ਇਹਨਾਂ ਤਾਂ ਰੂਟੀਨ ਦੀਆਂ ਡਿਊਟੀਆਂ ਜਿਹੜੀਆਂ ਸਰਕਾਰ ਦੀਆਂ ਉਹਦੇ ਵਿੱਚ ਵੀ ਇਹ ਬੁਰੀ ਤਰ੍ਹਾਂ ਫੇਲ ਹੋ ਚੁੱਕੀ। ਚੀਮਾ ਸਾਹਿਬ, ਇੱਕ ਕਾਂਗਰਸ ਦੇ ਵਿੱਚ ਜਿਵੇਂ ਉੱਪਰਲੇ ਪੱਧਰ ਤੇ ਵੱਡਾ ਕਲੇਸ਼ ਚੱਲ ਰਿਹਾ, ਤੇ ਹੁਣ ਦੇਖਣ 'ਚ ਆਇਆ ਕਿ ਰੋਪੜ ਹੇਠਾਂ ਨਗਰ ਕੌਂਸਲ ਦੇ ਵਿੱਚ ਵੀ ਆਪਸ ਦੇ ਵਿੱਚ ਕਾਂਗਰਸੀ ਕੌਂਸਲਰ ਤੇ ਪ੍ਰਧਾਨ ਉਲਝਦੇ ਨਜ਼ਰ ਆ ਰਹੇ। ਕੀ ਲੱਗਦਾ ਕਿਹੜੇ ਰਾਹ ਤੇ ਜਾ ਰਹੀ ਹੈ ਕਾਂਗਰਸ 2022 ਦੇ ਵਿੱਚ? ਕੀ ਲੱਗਦਾ ਕਿ ਜਿਹੜਾ ਹੈਗਾ ਬਾਕੀ ਵਿਰੋਧੀ ਪਾਰਟੀਆਂ ਸਾਹਮਣਾ ਕਰ ਪਾਊਗੀ? ਨਹੀਂ, ਕਿਸੇ ਵੀ ਹਾਲਤ 'ਚ ਨਹੀਂ। ਤਾਂ ਖੇਰੂ ਖੇਰੂ ਹੋਏ ਪਏ ਆ। ਇਸ ਕਰਕੇ ਜਿੰਨੀ ਇਲੈਕਸ਼ਨ ਨੇੜੇ ਆ ਰਹੀ ਹੈ ਉਨੀ ਕਾਂਗਰਸ ਜਿਹੜੀ ਹੈਗੀ ਆ ਹੋਰ ਨਹੀਂ ਜਾ ਰਹੀ। ਕਿਉਂਕਿ ਕੁਦਰਤੀ ਗੱਲ ਹੈ ਕਿ ਜਿਹੜੀਆਂ ਗੁਟਕਾ ਸਾਹਿਬ ਦੀਆਂ ਸਹੁੰਆਂ ਨੇ ਇਹਨਾਂ ਨੇ ਵੀ ਆਪਣਾ ਅਸਰ ਦਿਖਾਉਣਾ। ਜਿਹੜਾ ਵਿਸ਼ਵਾਸਘਾਤ ਭੋਲੇ ਭਾਲੇ ਲੋਕਾਂ ਦੇ ਨਾਲ ਕੀਤਾ, ਕਿਸਾਨਾਂ ਦੇ ਨਾਲ ਕੀਤਾ, ਨੌਜਵਾਨਾਂ ਦੇ ਨਾਲ ਕੀਤਾ, ਉਹਦਾ ਵੀ ਅਸਰ ਸਾਹਮਣੇ ਨਜ਼ਰ ਆਉਣਾ। ਇਸ ਕਰਕੇ ਹੁਣ ਪਬਲਿਕ ਚੰਗੀ ਤਰ੍ਹਾਂ ਸਮਝ ਗਈ ਹੈ, ਲੋਕੀ ਤੇ ਇੰਤਜ਼ਾਰ ਕਰ ਰਹੇ ਆ ਕਿ ਕੋਡ ਆਫ ਕੰਡਕਟ ਲੱਗੇ, ਅਸੀਂ ਆਪਣਾ ਫੈਸਲਾ ਸੁਣਾਉਣ ਵਾਲੇ ਪਾਸੇ ਜਾਈਏ। ਸੋ ਬਿਲਕੁਲ ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ, ਜਿਨ੍ਹਾਂ ਨੇ ਆਪਣੀ ਰਣਨੀਤੀ ਦੱਸੀ ਕਿ ਸੋਮਵਾਰ ਨੂੰ ਕਥਿਤ ਵੈਕਸੀਨ ਘੁਟਾਲੇ ਦੇ ਨੂੰ ਲੈ ਕੇ ਕਾਂਗਰਸ ਦੇ ਜਿਹੜੇ ਹੈਗੇ ਆ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ, ਕਿਉਂਕਿ ਵੱਡੇ ਇਹਨਾਂ ਵੱਲੋਂ ਦੋਸ਼ ਲਗਾਏ ਗਏ ਹਨ। ਅਤੇ ਸੋਮਵਾਰ ਨੂੰ ਪੂਰੀ ਜਿਹੜੀ ਹੈਗੀ ਆ ਲੀਡਰਸ਼ਿਪ ਅਕਾਲੀ ਦਲ ਦੀ ਚੰਡੀਗੜ੍ਹ ਦੇ ਵਿੱਚ ਘਿਰਾਓ ਕਰਨ ਜਾ ਰਹੀ ਆ। ਕੀ ਤਸਵੀਰਾਂ ਹੋਣਗੀਆਂ ਸੋਮਵਾਰ ਨੂੰ ਦੇਖਣਾ ਹੋਵੇਗਾ, ਕਿਉਂਕਿ ਕਾਂਗਰਸ ਦਾ ਜੋ ਹਾਲਾਤ ਬਣ ਰਹੇ ਨੇ ਦਿਨੋਂ ਦਿਨ, ਕਿਤੇ ਨਾ ਕਿਤੇ ਜਿਹੜੀ ਹੈਗੀ ਕਾਂਗਰਸ ਆਪਣੇ ਹੀ ਜਿਹੜੀ ਹੈਗੀ ਸਮੱਸਿਆਵਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਕਿਉਂਕਿ ਇੱਕ ਆਪਸੀ ਜਿਹੜਾ ਹੈਗਾ ਵੱਡਾ ਕਲੇਸ਼, ਉਹਦਾ ਹਾਲੇ ਤੱਕ ਨਿਪਟਾਰਾ ਨਹੀਂ ਹੋ ਸਕਿਆ, ਅਤੇ ਦੂਜਾ ਮੁਲਾਜ਼ਮ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਸ ਤਰ੍ਹਾਂ ਧਰਨੇ ਲਗਾਏ ਜਾ ਰਹੇ, ਪ੍ਰਦਰਸ਼ਨ ਕੀਤੇ ਜਾ ਰਹੇ ਆ, ਉਹ ਵੀ ਸਰਕਾਰ ਦੇ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਅਤੇ ਹੁਣ ਇਹ ਕਥਿਤ ਜਿਹੜਾ ਹੈਗਾ ਵੈਕਸੀਨ ਘੁਟਾਲਾ ਵੀ ਸਰਕਾਰ ਦੀ ਵੱਡੀ ਸਿਰਦਰਦੀ ਬਣ ਸਕਦਾ ਹੈ। ਅਤੇ ਹੁਣ ਦੇਖਣਾ ਹੋਵੇਗਾ ਸੋਮਵਾਰ ਨੂੰ ਕੀ ਕੁਝ ਹਾਲਾਤ ਬਣਦੇ ਨੇ, ਕਾਂਗਰਸ ਇਸ ਨੂੰ ਲੈ ਕੇ ਕੀ ਕੁਝ ਕਹਿੰਦੀ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ। ਰੂਪਨਗਰ ਤੋਂ ਕੈਮਰਾਮੈਨ ਹੈਰੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।